पारी मरना जो दिसै सो कल है खरना, कूड़े मोह लपट लपटाना। छाड़ चलिया ता फिर पछताना, कृपा निधान नानक कहो करो दात। नाम तेरा जपी दिन रात, लिखे गणिया तो होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, ते होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, लिखे गणिया ते होना नी छुटकारा जी, होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, ते होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, कृपा करके जी बख्शी मालका। कृपा करके बख्शी मालका, जी बख्शी मालका। कृपा करके जी बख्शी मालका, करके जी बख्शी मालका। कृपा करके जी बख्शी मालका, कृपा करके जी बख्शी वाहिगुरु। 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 कृपा करके जी बख्शी मालका। कृपा करके जी बख्शी वाहिगुरु। लिखे गणिया ते होना नी छुटकारा, होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, लिखे गणिया ते होना नी छुटकारा। कृपा करके बख्शी मालका, लिखे गणिया ते होना नी छुटकारा।
ਬਾਕੀ ਮਾਲਕਾ। ਦੀਨ ਦੁਨੀਆ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਹੁਤ ਹੀ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ, ਜੋ ਪਿਛਲੇ ਦਿਨਾਂ ਦੇ ਵਿੱਚ ਅਕਾਲ ਪੁਰਖ ਜੀ ਦੇ ਭਾਣੇ ਅਨੁਸਾਰ ਪੰਜਾਂ ਤੱਤਾਂ ਦੇ ਸਰੀਰ ਦਾ ਪਰਿਤਿਆਗ ਕਰ ਗਏ, ਮਾਤ ਲੋਕ ਦੇ ਵਿੱਚੋਂ ਪਰਲੋਕ ਗਮਨ ਕਰ ਗਏ। ਸੰਧੂ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਵਾਸਤੇ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਗੁਰਬਾਣੀ, ਗੁਰ ਇਤਿਹਾਸ, ਗੁਰ ਸ਼ਬਦ ਵਿਚਾਰਾਂ ਸਰਵਣ ਕਰਨ ਵਾਸਤੇ ਪਹੁੰਚੇ ਅਤੇ ਪਹੁੰਚ ਰਹੇ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤਸੰਗੀ ਜਨੋ, ਸਭ ਤੋਂ ਪਹਿਲਾਂ ਅਕਾਲ ਪੁਰਖ ਜੀ ਦੇ ਭਾਣੇ ਨੂੰ ਸੀਸ ਝੁਕਾਈਏ, ਮਨ ਕਰਕੇ ਹਾਜ਼ਰ ਹੋਈਏ। ਸਵਾਸਾਂ ਦੀ ਸਫਲਤਾ, ਰਸਨਾਂ ਦੀ ਪਵਿੱਤਰਤਾ ਵਾਸਤੇ ਸਰਬੱਤ ਸੰਗਤ ਮਾਈ ਭਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦੇ ਕਥਨ ਹਨ, ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ, ਕੇਤੇ ਗਣੋ ਅਸੰਖ ਅਵਗਣ ਮੇਰਿਆ। ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ, ਤਿਤੈ ਲਿਹੋ ਉਬਾਰ। ਸਤਿਗੁਰੂ ਸੱਚੇ ਪਾਤਸ਼ਾਹ, ਆ ਜਿਹੜਾ ਸਾਡਾ ਮਨੁੱਖਾ ਸਰੀਰ ਹੈ ਨਾ, ਮੇਰਾ ਤੇ ਤੁਹਾਡਾ, ਇਹ ਮਨੁੱਖਾ ਸਰੀਰ ਆਪਾਂ ਨੂੰ ਭੁੱਲ ਬਖਸ਼ਾਉਣ ਵਾਸਤੇ ਮਿਲਿਆ ਹੈ। ਗੁਰਬਾਣੀ ਨੂੰ ਜਦੋਂ ਅਸੀਂ ਵਿਚਾਰਾਂਗੇ, ਪੜ੍ਹਾਂਗੇ, ਸਮਝਾਂਗੇ, ਮੰਨਣ ਦੀ ਕੋਸ਼ਿਸ਼ ਕਰਾਂਗੇ ਨਾ, ਇਹ ਮਨੁੱਖਾ ਸਰੀਰ ਭੁੱਲਾਂ ਅਤੇ ਪਾਪ ਗੁਨਾਹ ਔਗਣ ਬਖਸ਼ਾਉਣ ਵਾਸਤੇ ਮਿਲਿਆ ਹੈ। ਮਨੁੱਖਾ ਸਰੀਰ ਮਿਲਿਆ ਹੀ ਭੁੱਲ ਦੇ ਕਾਰਨ ਹੈ। ਜਦੋਂ ਜੀਵ ਮਨੁੱਖਾ ਜੋਨੀ ਨੂੰ ਛੱਡ ਕੇ ਬਾਕੀ ਜੂਨੀਆਂ ਦੇ ਵਿੱਚ ਘੁੰਮਦਾ ਹੈ, ਅਤੇ ਉਹ ਜੂਨੀਆਂ ਦੇ ਵਿੱਚ ਘੁੰਮ ਕੇ ਬੜਾ ਵੱਡਾ ਦੁੱਖ ਅਤੇ ਬੜੇ ਵੱਡੇ ਚੱਕਰ ਤੋਂ ਬਾਅਦ ਇਹਨੂੰ ਫਿਰ ਮਨੁੱਖਾ ਸਰੀਰ ਮਿਲਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹੁਣ ਮਨੁੱਖਾ ਸਰੀਰ ਦੇ ਵਿੱਚ ਜਾ ਕੇ ਭੁੱਲ ਬਖਸ਼ਾ ਲੈ। ਮਹਾਰਾਜ ਭੁੱਲ ਕੀ ਹੋ ਗਈ? ਕਹਿੰਦੇ ਤੈਨੂੰ ਭੇਜਿਆ ਸੀ ਮਨੁੱਖ ਬਣਾ ਕੇ, ਉੱਥੇ ਜਾ ਕੇ ਤੂੰ ਗੁਰੂ ਤੋਂ ਬੇਮੁਖ ਰਿਹਾ, ਇਹ ਤੇਰੀ ਵੱਡੀ ਭੁੱਲ ਹੈ। ਗੁਰੂ ਨਾਲ ਤੂੰ ਸੰਬੰਧ ਨਹੀਂ ਬਣਾਇਆ, ਗੁਰੂ ਨਾਲ ਤੂੰ ਆਪਣੀ ਪ੍ਰੀਤ ਨਹੀਂ ਬਣਾਈ, ਗੁਰੂ ਤੋਂ ਮੁੱਖ ਮੋੜ ਕੇ ਬੇਸ਼ੁਕਰਾ ਅਕਿਰਤ ਘਣ ਅਤੇ ਉਸ ਤਰ੍ਹਾਂ ਮਨਮੁਖ ਸਾਖਤ ਬਣ ਕੇ ਸੰਸਾਰ ਦੇ ਉੱਪਰ ਵਿਚਰਿਆ। ਉਸੇ ਭੁੱਲ ਦੇ ਕਾਰਨ ਦੁਬਾਰਾ ਫਿਰ 84 ਵਿੱਚ ਸਿੱਟਿਆ ਗਿਆ। ਮਰ ਮਰ ਜੰਮੈ, ਫਿਰ ਜੰਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਫਿਰ ਕਹਿੰਦੇ ਮਰੀ ਗਿਆ, ਜੰਮੀ ਗਿਆ, ਮਰੀ ਗਿਆ। ਬਹੁਤ ਵੱਡੀ ਸਜ਼ਾ ਮਨੁੱਖ ਨੂੰ ਮਿਲਦੀ ਹੈ ਫਿਰ ਜਦੋਂ ਇਹ ਟੇਢੀਆਂ ਜੂਨਾਂ ਵਿੱਚ ਚਲਿਆ ਜਾਂਦਾ ਹੈ। ਹੁਣ ਆਪਾਂ ਵੇਖਦੇ ਹਾਂ ਨਾ, ਮਨੁੱਖ ਨੂੰ ਕਰਮ ਕਰਨ ਦੀ ਆਜ਼ਾਦੀ ਹੈ। ਪਸ਼ੂ ਪੰਛੀ ਨੂੰ ਜਦੋਂ ਆਪਾਂ ਵੇਖਾਂਗੇ, ਉਹਨੂੰ ਕਰਮ ਕਰਨ ਦੀ ਆਜ਼ਾਦੀ ਨਹੀਂ ਹੈ, ਉਹ ਅਧੀਨ ਹੋ ਜਾਂਦਾ ਹੈ। ਮੰਨ ਲਓ ਇੱਕ ਕੋਈ ਹਾਥੀ ਹੈ, ਹਾਥੀ ਨੂੰ ਆਜ਼ਾਦੀ ਉਦੋਂ ਹੋਵੇਗੀ ਕਰਮ ਕਰਨ ਦੀ ਜਦੋਂ ਉਹ ਜੰਗਲ ਦੇ ਵਿੱਚ ਇਕੱਲਾ ਘੁੰਮ ਰਿਹਾ, ਉਹਨੂੰ ਕਿਸੇ ਨੇ ਪਕੜਿਆ ਨਹੀਂ ਹੋਇਆ। ਪਰ ਜਦੋਂ ਇਹ ਬੰਦੇ ਦੇ ਡਿੱਕੇ ਚੜ੍ਹ ਗਿਆ, ਫਿਰ ਇਹਨੂੰ ਆਜ਼ਾਦੀ ਹੈ। ਕਈ ਦਿਨ ਭੁੱਖਾ ਹੀ ਫਿਰਦਾ ਰਹਿੰਦਾ, ਖੁਰਾਕ ਹੀ ਨਹੀਂ ਮਿਲਦੀ ਖਾਣ ਨੂੰ। ਇਸ ਕਰਕੇ ਮਨੁੱਖ ਨੂੰ ਸਾਰੀਆਂ ਸਹੂਲਤਾਂ, ਸਾਰੀਆਂ ਤਾਕਤਾਂ ਦੇ ਕੇ ਸਤਿਗੁਰਾਂ ਨੇ ਭੇਜਿਆ ਬਈ ਸੰਸਾਰ 'ਤੇ ਜਾ ਕੇ ਆਪਣੀ ਭੁੱਲ ਬਖਸ਼ਾਈ, ਗੁਰੂ ਦੇ ਚਰਨਾਂ ਨਾਲ ਜੁੜ ਜਾਵੀਂ, ਆਪਣੀ ਕਿਰਤ ਵਿਰਤ ਕਰਦਾ ਰਹੀਂ। ਇਹ ਤਾਂ ਡਿਊਟੀ ਹੈ, ਇਹ ਤਾਂ ਫਰਜ਼ ਹੈ, ਅਹਿਸਾਨ ਨਹੀਂ ਹੈ। ਆਪਾਂ ਨੂੰ ਆਪਣੇ ਮਾਤਾ ਪਿਤਾ ਨੇ ਪਾਲਿਆ, ਆਪਣੇ ਮਾਤਾ ਪਿਤਾ ਨੂੰ ਆਪਣੇ ਦਾਦੇ ਦਾਦੀਆਂ ਨੇ ਪਾਲਿਆ, ਅਤੇ ਇਸੇ ਤਰ੍ਹਾਂ ਹੁਣ ਆਪਾਂ ਆਪਣੇ ਬੱਚਿਆਂ ਨੂੰ ਪਾਲ ਰਹੇ ਹਾਂ। ਆਪਣੇ ਬੱਚੇ ਅੱਗੇ ਆਪਣੇ ਪੋਤਰਿਆਂ ਨੂੰ ਪਾਲਣਗੇ। ਇਹ ਡਿਊਟੀ ਹੈ ਸਾਡੀ। ਜੇ ਇਹਦੇ ਨਾਲ ਕਹੀਏ ਵੀ ਜੀਵਨ ਸਫਲਾ ਹੋ ਜਾਂਦਾ, ਇਹ ਭੁੱਲ ਵਿੱਚ ਨਹੀਂ ਕਦੇ ਪੈਣਾ ਚਾਹੀਦਾ। ਜੀਵਨ ਸਫਲਾ ਤਾਂ ਗੁਰੂ ਦੀ ਬਾਣੀ ਪੜ੍ਹ ਕੇ, ਗੁਰੂ ਦੀ ਬਾਣੀ ਜਪ ਕੇ ਹੁੰਦਾ ਹੈ।
गुरु की बाणी जपे बगैर, वाहिगुरु का गुरमंत्र मूल मंत्र की दात हिरदे विच जितना चिर लैके नहीं जाता ना, उतना चिर जीवन सफला होने का कोई चांस नहीं है। जे सचमुच अंदरों गुरु ग्रंथ साहब जी नूं मनदा है, जे फार्मैलिटी है वो तो महाराज कहते बद्धा चट्टी जो भरे ना गुण ना उपकार, वो तो फिर कुछ भी है नहीं। तो इत्थे फिर कहते भुल दे विच पै गया मनुख, भुल विच पै गया, भुलदा गया भुलदा गया। सब तो पहला भला कदे विचार कीती मनुख ने संसार ते आके सब तो पहली गलती की कीती है, किहड़ी चीज़ नूं भुल्लिया भला मनुख? उस तरह नहीं पता लगता। गुरबाणी दसदी है, गुरु जी ने लिखिया होया गुरबाणी दे विच बई सब तो पहला आके बंदे ने आ मिसटेक की अपनी लाइफ की, ये गलती की है। उहदे तो बाद फिर इनू दुख खड़े हो गए, कलेश लग गए, वड्डियां वड्डे बिगड़न लग गए। तो साध संगत क्योंकि सतगुरां ने लिखिया ना, वो महाराज जी का बचन आउंदा है, नानक आन दिन बिलपते ज्यों सुइयां घर काओ। जिमें सुन्ने घर विच ਕਾਂ बोलता है ना, उस तरह की फिर जिंदगी हो जाती है, बिलकदा संसार। पर इन्हें पहली गलती की कीती है, सब तो वड्डी भुल की पई। महाराज जी कहते विचों गर्भ निकल आया, इहदा जन्म हो गया। माता दे उदर विचों जदों जन्म होया तो उस वेले परिवार ने की कीता? परिवार ने मठियाइयां दे डब्बे चक ले, नच्चण वाले बुला ले। थोड़े जे लोगों नूं छड्ड के जिहड़े गुरु जी ते भरोसा रखण वाले ने, उन्हां नाल विचार ये मेल नहीं खांदी। वो तां गुरमुख ने, उन्हां दी मर्यादा वक्री हुंदी है जिंदगी दी। पर ज़्यादातर लोग की करते, मठियाइयां दे डब्बे आ गए, बधाइयां आ गईयां, नच्चण वाले आ गए, तो शाम नूं गुरमुखो शराबां दे डब्बे घर आ गए, बकरियां दे गल वड्ढ दिते। तो फिर की होया? बच्चे नूं सोहना संस्कार ना मिलिया। बच्चे की अरदास बेनती गुरु महाराज के चरणों में जो आपां नूं करनी चाहिए है, पूता माता की आसीस निमख न बिसरो तुम कहो हर हर, सदा भजो जगदीश। कदे पढ़ के वेखीए पूरा शब्द। तो फिर इस करके उत्थे इहदी जिहड़ी जड़ मजबूत बननी सी ना, वो परिवार नहीं खोखली करती। परिवार के मैंबरां ने ही इहदी जड़ जिहड़ी है ना, उहनूं खोखला कर दिता, कमज़ोर कर दिता। क्योंकि बच्चे नूं संस्कार देने सी, अमृत तैयार करके वो अमृत की गुड़ती देनी सी। सतनाम वाहिगुरू दा मंत्र दे कोल बैठ के जपना सी, एक ओंकार सतनाम जपना सी, उहदे बच्चे दे कन्नां विच पाउणा सी। पर कहंदे ये हो नहीं सकिया। विचों गर्भ निकल आया, जदों संस्कार ना मिले, पहली गलती मनुख ने कीती, खासम विसार दुनी चित लाया। इन्हें फिर दुनिया दे नाल चित ला लिया। खासम परमात्मा परमेश्वर वो वाहिगुरू नूं इन्हें विसार दिता। ऐसा विसारिया साध संगत सतगुर जी बाणी विच कहंदे ने, फिर भुल जांदा गुरां नूं मान, 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 भुल जांदा भुल जांदा गुरां नूं मान, 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 भुल जांदा भुल
ਭੁੱਲ ਜਾਂਦਾ, ਭੁੱਲ ਜਾਂਦਾ, ਗੁਰਾਂ ਨੂੰ ਮਨ ਭੁੱਲ ਜਾਂਦਾ, ਭੁੱਲ ਜਾਂਦਾ, ਭੁੱਲ ਜਾਂਦਾ, ਗੁਰਾਂ ਨੂੰ ਮਨ ਭੁੱਲ ਜਾਂਦਾ। ਭੁੱਲ ਜਾਂਦਾ, ਭੁੱਲ ਜਾਂਦਾ, ਗੁਰਾਂ ਨੂੰ ਮਨ ਭੁੱਲ ਜਾਂਦਾ, ਭੁੱਲ ਜਾਂਦਾ, ਭੁੱਲ ਜਾਂਦਾ, ਗੁਰਾਂ ਨੂੰ ਮਨ ਭੁੱਲ ਜਾਂਦਾ, ਭੁੱਲ ਜਾਂਦਾ, ਭੁੱਲ ਜਾਂਦਾ, ਗੁਰਾਂ ਨੂੰ ਮਨ ਭੁੱਲ ਜਾਂਦਾ, ਭੁੱਲ ਜਾਂਦਾ, ਗੁਰਾਂ ਨੂੰ ਮਨ ਭੁੱਲ ਜਾਂਦਾ। कबीर सोता क्या करें, बैठा रहो यार जाग, सोता क्या करें, बैठा रहो यार जाग, सोता क्या करें, बैठा रहो यार जाग, जाके संग ते बिछुरा, ताही के संग लाग, कबीर सोता क्या करें, बैठा रहो आर जाग, सोता क्या करें, बैठा रहो यार जाग, सोता क्या करें, बैठा रहो यार जाग। ਜਿਹੜਾ ਸੌਣਾ ਹੈ ਨਾ ਇਹ ਵੀ ਭੁੱਲਣਾ ਕਹਿੰਦੇ ਨੇ। ਜਦੋਂ ਬੰਦਾ ਅਗਿਆਨਤਾ ਵਿੱਚ ਸੌਂ ਗਿਆ ਨਾ, ਅਗਿਆਨਤਾ ਦੀ ਨੀਂਦ ਵਿੱਚ, ਫਿਰ ਇਹਦਾ ਗੁਰੂ ਨਾਲੋਂ ਤਕਰੀਬਨ ਰਿਸ਼ਤਾ ਟੁੱਟ ਜਾਂਦਾ ਹੈ। ਸੱਚ ਜਾਣੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, 10 ਗੁਰੂ ਸਾਹਿਬਾਨਾਂ ਦੀ ਬਖਸ਼ਿਸ਼ ਕਦੇ ਖਿਆਲ ਕਰਕੇ ਵੇਖਿਓ। ਮੱਥਾ ਟੇਕਣਾ ਬਹੁਤ ਚੰਗੀ ਗੱਲ ਹੈ, ਬਹੁਤ ਵਧੀਆ ਕਰਮ ਹੈ, ਬਹੁਤ ਵੱਡਾ ਉਦਮ ਹੈ, ਪਰ ਇੱਕ ਗੱਲ ਇਹ ਤੋਂ ਅੱਗੇ ਵਿਚਾਰਨੀ ਪਵੇਗੀ ਸਾਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੱਥਾ ਟੇਕਣ ਵਾਸਤੇ ਹੀ ਨਹੀਂ ਬਣਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ 10ਵੇਂ ਪਾਤਸ਼ਾਹ ਮਹਾਰਾਜ ਮੰਨਣ ਵਾਸਤੇ ਦੇ ਕੇ ਗਏ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੀ ਸਿੱਖਾ ਮੱਥਾ ਟੇਕਦਾ ਇੱਕ ਦਿਨ ਮੰਨ ਲਈ ਗੁਰੂ ਨੂੰ। ਜੇ ਨਾ ਮੰਨਿਆ ਫਿਰ ਮੱਥਾ ਟੇਕਣਾ ਉਹ ਸ਼ਿਕਾਰੀ ਦੀ ਤਰ੍ਹਾਂ ਜਿਹੜਾ ਮਿਰਗ ਨੂੰ ਮਾਰਨ ਵਾਸਤੇ ਬੜਾ ਲੰਮਾ ਪੈ ਜਾਂਦਾ ਸਾਹ ਨੂੰ ਰੋਕ ਕੇ। ਅਪਰਾਧੀ ਦੂਣਾ ਨਿਵੈ ਜਾਓ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿਆ ਥੀਆ ਜਾਓ ਹਿਰਦਾ ਇੱਕ ਸੁੱਧੇ ਜਾਹੇ। ਜੇ ਹਿਰਦੇ ਦੇ ਵਿੱਚੋਂ ਕੂੜ ਹੀ ਨਹੀਂ ਗਿਆ, ਜੇ ਹਿਰਦਾ ਸ਼ੁੱਧ ਹੀ ਨਹੀਂ ਹੋਇਆ, ਕਹਿੰਦੇ ਤੇਰਾ ਮੱਥਾ ਟੇਕਿਆ ਕਿਸੇ ਲੇਖੇ ਵਿੱਚ ਨਹੀਂ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵਿਚਾਰਨਾ ਪਵੇਗਾ। ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਛੁਰਾ, ਤਾਹੀ ਕੇ ਸੰਗ ਲਾਗ। ਆ ਵਿਛੜੀ ਹੋਈ ਵਸਤੂ ਆ ਸਰੀਰ ਦੇ ਵਿੱਚ ਰੱਖ ਦਿੱਤੀ, ਵੀ ਇਹਦੇ ਜ਼ਰੀਏ ਤੈਨੂੰ ਉੱਥੇ ਇਹਦਾ ਮਿਲਾਪ ਹੋ ਜਾਵੇਗਾ। ਆਤਮਾ ਤੇ ਪਰਮਾਤਮਾ ਦਾ ਵਿਛੋੜਾ ਹੈ। ਸਰੀਰ ਦੇ ਵਿੱਚ ਆਤਮਾ ਹੈ, ਜੋ ਅੱਖਾਂ ਵੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਇਹ ਉਹ ਜੋਤ ਦੇ ਆਸਰੇ ਨੇ। ਉਹ ਜੋਤ ਹੈ ਵਿੱਚ ਤਾਂ ਇਹ ਸਭ ਕੁਝ ਹੋ ਰਿਹਾ। ਜੇ ਜੋਤ ਨਿਕਲ ਗਈ ਨਾ, ਅੱਖਾਂ ਦੀ ਕੋਈ ਵੈਲਿਊ ਨਹੀਂ ਆ ਵੀ ਅੱਖਾਂ ਵੇਖ ਲੈਣ, ਨਹੀਂ, ਇਹ ਤਾਂ ਉਹ ਆਤਮਾ ਦੇ ਆਸਰੇ ਹੈ। ਸੋ ਉਸ ਆਤਮਾ ਨੂੰ ਅਸੀਂ ਪਰਮ ਆਤਮਾ, ਇਸ ਆਤਮਾ ਨੂੰ ਸ਼ਬਦ ਦੇ ਜ਼ਰੀਏ ਗੁਰੂ ਦੀ ਕਿਰਪਾ ਦੁਆਰਾ ਪਰਮਾਤਮਾ ਦੇ ਵਿੱਚ ਅਭੇਦ ਕਰਨ ਵਾਸਤੇ ਅਸਲ ਮਾਇਨਿਆਂ ਵਿੱਚ ਸੰਸਾਰ 'ਤੇ ਆਏ ਹਾਂ। ਪਰ ਇਹ ਪਤਾ ਕਿਹਨੂੰ ਚੱਲਦਾ ਹੈ, ਇਹ ਕਿਵੇਂ? ਇਹ ਤਾਂ ਸਬਜੈਕਟ ਬੜਾ ਵੱਡਾ ਹੈ, ਬਹੁਤ ਕਮਾਲ ਦਾ ਹੈ। ਗੁਰੂ ਕਿਰਪਾ ਕਰ ਦੇਵੇ, ਇਹ ਸਬਜੈਕਟ ਸੌਖਾ ਵੀ ਬਹੁਤ ਹੈ। ਗੁਰੂ ਦੀ ਕਿਰਪਾ ਨਾ ਹੋਵੇ, ਇਹ ਸਬਜੈਕਟ ਜਣੇ ਖਾਣੇ ਦੇ ਸਮਝ ਵਿੱਚ ਵੀ ਨਹੀਂ ਆਉਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਇਉਂ ਮੋਹਰ ਲਾਈ ਹੈ ਮੇਰੇ ਪਾਤਸ਼ਾਹ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਸਮਝ ਵਿੱਚ ਆਉਂਦਾ ਮਹਾਰਾਜ ਕਿੰਨਾਂ ਦੇ, ਕਹਿੰਦੇ ਸੁਣ ਲਓ ਅਸੀਂ ਦੱਸ ਦਿੰਦੇ ਹਾਂ। ਗੁਰੂ ਜੀ ਦੱਸਦੇ ਨੇ ਆਪਣੀ ਬਾਣੀ ਵਿੱਚ, ਗੁਰ ਕਿਰਪਾ ਜੇ ਨਰ ਕੋ ਕੀਨੀ, 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 ਕਿਰਪਾ ਜੇ ਨਰ ਕੋ ਕੀਨੀ, ਗੁਰ 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 ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, 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 ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, 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 ਨਾਨਕ ਲੀਨ ਭਇਓ ਗੋਬਿੰਦ ਸਿਉ। ਜਿਉ ਪਾਨੀ ਸੰਗ ਪਾਨੀ, 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 ਜਿਉ ਪਾਨੀ ਸੰਗ ਪਾਨੀ। ਗੁਰ ਕਿਰਪਾ ਜੇ ਨਰ ਕੋ ਕੀਨੀ, 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 ਗੁਰ ਕਿਰਪਾ ਜੇ ਨਰ ਕੋ ਕੀਨੀ। ਵੇਖੋ ਗੁਰਬਾਣੀ ਵਿੱਚ ਵਚਨ ਆਉਂਦੇ ਨੇ, ਮੁਖੋਂ ਹਰ ਹਰ ਸਭ ਕੋ ਕਰੈ, ਬਿਰਲੇ ਹਿਰਦੈ ਵਸਾਇਆ, ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸ ਗਿਆ ਨਾ ਸ਼ਬਦ ਗੁਰੂ ਦਾ ਉਪਦੇਸ਼, ਗੁਰੂ ਦਾ ਹੁਕਮ, ਕਹਿੰਦੇ ਉਹ ਜਿਉਂਦੇ ਹੀ ਮੁਕਤ ਨੇ। ਇਹ ਤੋਂ ਵੱਡਾ ਸਬੂਤ ਨਹੀਂ ਕੋਈ ਹੋ ਸਕਦਾ। ਤੇ ਫਿਰ ਉਹ ਜਿਹੜਾ ਲੀਨ ਹੋਣਾ ਹੈ ਨਾ, ਲੀਨ ਹੋਣਾ ਆਪਣੇ ਇਤਿਹਾਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿੰਨੇ ਗਿਣਾਦੇ ਆ ਵੀ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਦੀ ਬਖਸ਼ਿਸ਼ ਲਈ ਕਿਰਪਾ ਦੇ ਪਾਤਰ ਬਣ ਗਏ। ਜੀਵਨ ਕੀ ਸੀ ਉਹਨਾਂ ਦਾ? ਉਹਨਾਂ ਦਾ ਜੀਵਨ ਐਸਾ ਸੀ ਮਾਨੋ ਉਹਨਾਂ ਦੇ ਨੇੜੇ ਲੱਗਣ ਨੂੰ ਵੀ ਕਿਸੇ ਦਾ ਚਿੱਤ ਨਹੀਂ ਸੀ ਕਰਦਾ। ਇਤਿਹਾਸ ਪੜ੍ਹੋ, ਪ੍ਰੇਮਾ ਕੋਹੜੀ ਸ਼ਾਹੂਕਾਰ ਦਾ ਬੇਟਾ, ਇਹਦੇ ਕੋਈ ਨੇੜੇ ਲੱਗਦਾ ਸੀ? ਇਹ ਪੱਕਾ ਰੋਗੀ ਹੋ ਗਿਆ ਸੀ ਕੋਹੜ ਦਾ। ਇਹਦੇ ਸਰੀਰ 'ਤੇ ਮੱਖੀਆਂ ਭਿਣਕਦੀਆਂ ਸੀ, ਇਹਦੇ ਸਰੀਰ ਵਿੱਚੋਂ ਬਦਬੂ ਆਉਂਦੀ ਸੀ। ਉਹ ਗੁਰੂ ਕਾ ਸਿੱਖ ਗੋਇੰਦਵਾਲ ਸਾਹਿਬ ਨੂੰ ਜਾਂਦੀ ਸੰਗਤ ਇਹਨੂੰ ਜਿਹੜਾ ਖੇਸ ਦੇ ਵਿੱਚ ਪਾ ਕੇ ਬੁੱਕਲ ਮਾਰ ਕੇ ਲਪੇਟ ਕੇ ਲੈ ਗਏ। ਅਤੇ ਗੁਰਮੁਖੋ ਉੱਥੇ ਜਾ ਕੇ ਇਹਦੇ ਕੰਨਾਂ ਨੇ ਗੁਰਬਾਣੀ ਸੁਣੀ, ਇਹਦੀਆਂ ਅੱਖਾਂ ਨੇ ਨਾਮ ਰੰਗੀਆਂ ਰੂਹਾਂ ਦੇ ਦਰਸ਼ਨ ਕੀਤੇ। ਅਤੇ ਉੱਥੇ ਦਰਸ਼ਨ ਕਰਕੇ ਇਹ ਜਿਹੋ ਜਿਹੀ ਇਹਦੀ ਬੋਲੀ ਸੀ, ਜਿਹੋ ਜਿਹਾ ਇਹਦਾ ਸਰੀਰ ਮੁੱਖ ਬੋਲ ਸਕਦਾ ਸੀ, ਉਸ ਤਰ੍ਹਾਂ ਇਹ ਸ਼ਬਦ ਵਿੱਚ ਬੋਲਣ ਲੱਗ ਗਿਆ। ਕੰਨਾਂ ਦੇ ਨਾਲ ਬਾਣੀ ਸੁਣਦਾ ਗਿਆ ਅਤੇ ਫਿਰ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ ਪ੍ਰੇਮਾ ਕੋਹੜੀ। ਅਤੇ ਨਾਮ ਕੀ ਮਿਲਿਆ? ਨਾਮ ਮਿਲਿਆ ਇਹ ਸਾਡਾ ਮੁਰਾਰੀ ਹੈ। ਹੁਣ ਇਹਦੀ ਸ਼ਾਦੀ ਵੀ ਕਰਨੀ ਹੈ ਅਤੇ ਉੱਥੇ ਬੈਠਾ ਗੁਰੂ ਦਾ ਸਿੱਖ ਕਹਿੰਦਾ ਮੇਰੀ ਧੀ ਆ, ਮੈਂ ਸਤਿਗੁਰੂ ਜੀ ਆਪ ਜੀ ਦਾ ਬਚਨ ਮੰਨਦਾ। ਅਤੇ ਕਹਿੰਦੇ ਫਿਰ ਨਾਮ ਰੱਖਿਆ ਧੀ ਦਾ ਸਤਿਗੁਰਾਂ ਨੇ ਮੱਥੋ। ਮੱਥੋ 'ਤੇ ਮੁਰਾਰੀ ਬਣਾ ਦਿੱਤੇ ਜਦੋਂ ਬਖਸ਼ਿਸ਼ ਦੇ ਪਾਤਰ ਬਣੇ, ਜਿਹਦੇ ਕੋਲ ਇਤਿਹਾਸ ਕਹਿੰਦਾ ਮਾਂ ਪਿਓ ਵੀ ਆਉਣੋਂ ਹਟ ਗਏ ਸੀ ਪ੍ਰੇਮੇ ਦੇ ਕੋਲ, ਐਡੀ ਭੈੜੀ ਹਾਲਤ ਹੋ ਗਈ ਸੀ। ਪਰ ਜਦੋਂ ਬਖਸ਼ਿਸ਼ ਦਾ ਪਾਤਰ ਬਣਿਆ, ਜਦੋਂ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ, ਗੁਰ ਕਿਰਪਾ ਜੇ ਨਰ ਕਉ ਕੀਨੀ, ਨਰ ਭਾਵ ਬੰਦਾ, ਮਨੁੱਖ, ਜਿਸ ਮਨੁੱਖ ਦੇ ਉੱਪਰ ਗੁਰੂ ਦੀ ਕਿਰਪਾ ਹੋ ਗਈ ਨਾ, ਉਹਨੂੰ ਇਹ ਜੁਗਤ ਉਹਦੇ ਸਮਝ ਵਿੱਚ ਉਹ ਪਛਾਣ ਲੈਂਦਾ ਹੈ, ਉਹਨੂੰ ਸੋਝੀ ਪੈ ਜਾਂਦੀ ਹੈ। ਇੱਕ ਸੋਝੀ ਹੁੰਦੀ ਹੈ, ਇੱਕ ਉੱਤਮ ਸੋਝੀ ਹੁੰਦੀ ਹੈ। ਸੋਝੀ ਮਨੁੱਖ ਨੂੰ ਸੰਸਾਰ ਵਿੱਚੋਂ ਵੀ ਪੈ ਸਕਦੀ ਹੈ, ਪਰ ਜਿਹੜੀ ਉੱਤਮ ਸੋਝੀ ਹੈ ਉਹ ਨਿਰੰਕਾਰ ਦੇ ਘਰ ਹੈ, ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ ਉੱਤਮ ਸੋਝੀ। ਉੱਤਮ ਸੋਝੀ ਤੋਂ ਬਗੈਰ ਜਿਹੜਾ ਸਾਡਾ ਜੀਵਨ ਹੈ ਨਾ, ਇਹ ਬੇਅਰਥ ਹੈ।
उत्तम सोझी मनुख नूं लैनी चाहिदी है। इस तरह जितने साध संगत, ये तो सारी संगत जानदी हो है भी गणका बेशवा ते इस तरह अजामल पापी, विधि चंद डाकू, वाल्मीक बटवारा, सज्जन ठग, जिन्हां दा जीवन ही मानो नरक, कुंभी नरक बन चुक्या सी। ते जदों गुरु की किरपा के पात्र बने, सच जानो मेरे पातशाह ने सिੱਖੀ ਦੇ प्रचारक बना दिते। आखो सतनाम श्री वाहिगुरू। फिर की हुंदा है? गुर किरपा जे नरकौ कीनी ते यह जुगत पछानी, ते उन्हां दा जीवन बन जाता है नानक लीन भयो गोबिंद स्यों, राम कबीरा एक भय है कोई न सका पछानी। नानक लीन भयो गोबिंद स्यों, ज्यों पानी संग पानी। जिवें पानी दे विच पानी मिल जावे, पानी वख-वख कर लो, समुंदर दे विचों घड़ा भर लो ते उही घड़ा उल्टा के समुंदर विच पा दिओ ते बस वो समुंदर दा रूप बन गया। इसे तरह गुरु जो है ना, सिख दी मैल नहीं वेखदा, सिख दे पाप, सिख दे औगण, सिख दीआं बुराइयां नहीं वेखदा। इहदा भाव ये नहीं फिर असीं बुराइयां करी चलीए। महाराज कहंदे नहीं, बुराई करनी नहीं है, तकड़ी विच तोली जावेगी। चंगियाइयां बुराइयां, वाचा धर्म हदूर, करमी आपो अपनी के नेड़े के दूर। ये तो वाचियां जाणगियां। इस करके चंगियाई का जिहड़ा फल है वो चंगा है, सुखदायक है। बुराई का जिहड़ा फल है वो बुरा है, दुखदाई है। समझ सोच के करना है। तो साध संगत महाराज जी ने इत्थों तक बचन लिखे ने बाणी विच। की कहा? पाप पुन्न नी जिंदड़िए तेरे, तकड़ी च तोले जाणगे। पाप पुन्न नी जिंदड़िए तेरे, तकड़ी च तोले जाणगे। तकड़ी च तोले जाणगे। पाप पुन्न नी जिंदड़िए तेरे, तकड़ी च तोले जाणगे। पाप पुन्न नी जिंदड़िए तेरे, पाप पुन्न नी जिंदड़िए तेरे। महाराज जी दे बचन ने लैकै तकड़ी तोलन लागा घट ही मह बणजारा। तकड़ी है गुरु नानक देव साहब दे घर दी, भुल ना जाओ कदे। 13 भी तोलिया तकड़ी नाल, ते साडे पाप पुन्न भी तोल रहे ने सतगुरु जी। उसे दा हिसाब किताब है सारा दुनिया दा। बंदा भुल जाता किते ना किते। खैर आपदी आपदी मत हुंदी है, अपनी अपनी सोच हुंदी है, पर दास जो कह रहा वो गुरबाणी के आधार पर कह रहा है। तो साध संगत उत्थे फिर सतगुरु महाराज जी किरपा करते हैं भी मनुख ये समा तेरा जिहड़ा ना सीमित है, मेरा भी ते तुहाडा भी। ये खुला नहीं मिले आपां नूं भी भावें 1000 साल का होके आ जी, भावें 500 सालों बाद आ जी। नहीं, ये तो महाराज जी कहते बीतती जाती है। औध घट है दिन सरह नारे मन,
गुरमिल काज सवारे। तां फिर गुरु की किरपा के पात्र बणीए। प्यार वालिओ, पात्र बनने की कोई उम्र, कोई सीमा, कोई हद नहीं हुंदी। गुरु की किरपा के पात्र बनना है, बच्चा भी बन सकता है, नौजवान भी बन सकता है, अधखड़ उम्र वाला भी बन सकता है, बजुर्ग भी बन सकता है, माई भी ते भाई भी। किसी वास्ते कोई रोक या टोक नहीं है, क्योंकि सतगुरु महाराज जी जगाउंदे ने बंदे नूं। की आखिया, कहंदे भोलिया लख 84 भ्रम ते दुलभ जन्म अब पायो। कहंदे तैनूं चेता होना चाहिए वो बंदे, तैनूं इस गल की सोझी होनी चाहिए है भी 84 लख दे विच तू घुमदा घुमदा भ्रम ते दुलभ जन्म अब पायो। आ अमोलक जन्म है, मनुखा शरीर है जिहड़ा ये मैनूं ते तुहानूं मिलिया होया है। ते फिर कहंदे तू भुल की कर रहे हैं, विचों गर्भै निकल आया, खसम विसार दुनी चित लाया। इत्थे भी अगली पंक्ति इहो ही कहंदी है, रे मूढ़े तू होछै रस लपटायो। तू तो होछे जे रसां विच ही रुक गया, बई बस आही जिंदगी है। नहीं, तू कदे नाम दा रस माण के वेख। उस रस दा जिहड़ा आनंद है ना, उसे ने साडा लोक ते परलोक सवारना है। होछे रसां दे विच जिंदगी बर्बाद नहीं करती। अमृत संग बसत है तेरे, वेखिया सिंह उरझायो। ते जिहड़ा नौनिध अमृत प्रभ का नाम देही मह इसका विश्राम। जिहड़ा परमेश्वर दा अमृत नाम है देही दे विच है, ते ओनू भुल के महाराज जी कहते तू वेखिया मह उरझायो। तू जहर दे रस कस भोगदा, इत्थे ही रुक गया, नहीं तैनूं अगे तुरना चाहिदा सी। तां उत्थे किस तरह दे नाल साध संगत महाराज सानूं एग्जाम्पलां गुरबाणी विचों दिंदे ने। वेखो, गुरु की किरपा के पात्र आपां नूं बनना पवेगा। भावें अज बन जाओ, भावें कल बन जाओ, भावें 84 का गेड़ा दे के दोबारा आ जाओ। मूले खत्तरी तो भुल हो गई, भुल गया ना गुरु नूं। दास ने पढ़िया भी भुल जांदा है, भुल जांदा है, गुरां नूं मन भुल जांदा है। ये भुलदा भुलदा हौली 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 गुरु दे नालों रिश्ता तोड़ बैठदा है, फिर दोबारा मसां जुड़दा है। बहुत टाइम लगता है, पहले ही जोड़ लेना चाहिए, तोड़ना नहीं चाहिए। तो उत्थे मूला भुल गया। जदों मूला भुलिया ना, तो फिर उन्होंने जूना दे विच भटकना पिया। अपना इतिहास है, ये मथियास नहीं है। प्रैक्टिकल 10वें पातशाह महाराज ने हजूर साहब की धरती ते जाके बख्शिश की। जदों खरगोश की जूनी विच पिया, सहे की जूनी विच पिया। गुरुद्वारा शिकार घाट साहब जाके अज दर्शन कर लो, वो मूले खत्तरी का उत्थे जाके उधार किया कलगी वाले पातशाह ने। सो किते उही भुल आपां तां नहीं कर रहे भी की हुंदा, कौन पुछदा है। नहीं, बेपरवाही नहीं करनी। सतगुरु जी कहते सोझी लै लै, इकना नो सब सोझी आई। इकना ने तो गुरु की किरपा के पात्र बन के उत्तम सोझी ले ली। एक फिरदे बेपरवाह, एक बेपरवाह तुरे फिरदे ने, कहते कुछ नहीं हुंदा। नहीं, घाटा वो पै जाना है जिहड़ा कदे भी पूरा नहीं होना। साध संगत महाराज पुकार पुकार कहते ने, ओ घाटा पै गया वपारिया तैनू, लखां ते करोड़ां दा। घाटा पै गया वपारिया तैनू, लखां ते करोड़ां दा। लखां ते करोड़ां दा घाटा पै गया वपारिया, लखां ते करोड़ां दा। लखां ते
महाराज जी कहते बंदा संसार के पदार्थों नूं बहुत ज़्यादा मान दिंदा, बहुत ज़्यादा ध्यान दिंदा, देना चाहिए, पर यह सब कुछ नहीं हैगे, ये सब कुछ नहीं हैगे। सब कुछ की है गुरबाणी तो पुछिए। कबीर जैसी उपजी पेड़ ते जो तैसी निभ है ओड़, हीरा किसका बपरा पुज्जा है ना रतन करोड़। कहते जे मनुख दी सिख दी संसार ते आके गुरु दे नाल पूर्ण तौर ते निभ जावे, उत्थे तां साध संगत लखां रतन लखां हीरे करोड़ां हीरे कहते वो मनुख दे बराबर हर नामै तुल ना पुज्जई। वो हरि दा नाम है जिहड़ा ना बड़ा अमोलक है, मनुखा शरीर बड़ा दुलभ है, पर मनुख नूं जदों टुट जांदा फिर इहनूं पता नहीं चलदा। ये फिर जिवें ओमी वस भी जिवें एक जो अपना घुमियार दे लड़के नूं लाल मिल गया, लाल मिल गया, हुण उहनूं पता नहीं भी ये लाल दी कीमत की है, बस गल इन्नी है, उहने चक के खोते दे गल च पाता। जौहरी दा लड़का ते घुमियार दा लड़का मित्र सी। शाम नूं जदों खेडदे ने खोता रूड़ियां दे उपर लिट रहा ते जौहरी दे बच्चे ने वेख लिया, कहंदे अपने मित्र नूं कहंदे आ की है, कहंदे तां कल मेरे पिता नूं कितों लभ्या ते कहंदे सोहना लग्या सी, खोते दे गल च पाता। कहंदा कमलिया ओ कमलिया ये तां तेरी गरीबी चक दूगा, मैं जौहरी दा लड़का, ये पत्थर नहीं है, ये तां लाल है। आखो सतनाम श्री वाहिगुरू। गुरसिख जौहरी दा पुੱਤ है, जिहड़ा गुरसिख है ना वो जौहरी दा पुੱਤ है, उन्होंने पता है भी गुरबाणी लाल की है, नाम लाल की है, तो जिहड़ा टुट गया गुरमुख वो ओमी है जिवें एक घुमियार दे लड़के नूं लाल बारे पता नहीं है। तो इस करके इन्हां चीज़ां दा ध्यान देना। तो साध संगत गुरु दे किरपा दे पात्र बणीए। सतगुरु जी बाणी विच दसदे ने किवें बणीदा है। कोई विध बनदी है उहनूं मौके नूं खंजाउणा नहीं चाहिदा। भाई गुरदास जी अपनी अमृत बाणी विच भी दसदे ने, ते सतगुरु महाराज जी श्री गुरु ग्रंथ साहिब की बाणी विच दसदे ने, कहंदे एक दिन की होया, धरूं हसदा घर आया, धरूं हसदा घर आया, कर प्यार प्यो कुछड़ लीता। कहंदे साथियों नाल खेड के ना जदों 5 सालां दा धरूं भगत अपने साथियों नाल खेड के घर विच आया, महिलां विच आया, कहंदे पिता ने ना प्यार दे नाल अपने पुੱਤ नूं कुछड़ विच ले लिया। पापा चुकदियां सारे, आपां सारे प्यार करदे आं अपने बच्चिआं नूं, करना चाहिदा। बच्चे बड़ियां मिठियां दातां ने, साध संगत माता पिता बड़ियां मिठियां बड़मुल्लियां दातां ने, ते सारियां दा बनदा बनदा सत्कार करना चाहिदा। मैं तां मापिआं वास्ते आ पढ़दा हुन्ना, बाकी जे तुहानूं पसंद आवे तां इहनूं मन्नण दी कोशिश करिओ। बच्चिओ ना रोल दिओ, मापे बड़ मुल्लियां दातां, 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 बच्चिओ ना रोल दिओ, मापे बड़ मुल्लियां दातां। देखियो भाई बजुर्गों नूं रोल ना दिओ, रुल जाते ने वो बजुर्ग जिन्हों परिवार कदे डिस्टर्बिंग करन लग जाए, कदे हरासमेंट करन लग जाए, कदे टॉर्चर करन लग जाए, वो बजुर्ग जिहड़े ने रुल जाते हैं। उन्होंने कदे रोलना नहीं है, वो माँ प्यो नूं कदे रोलना नहीं है। इहदी घट कर देना, मारी जाती है बिसल। तो उन्होंने रोलना नहीं है, उन्हों दा जिहड़ा ख्याल रखना बच्चों का नूंह पुੱਤ दा फर्ज बनता है। तो साध संगत आओ की होया, धरूं हसदा घर आया, कर प्यार प्यो कुछड़ लीता, बाहों पकड़ उठा लिया, मन विच रोस मतरेई कीता। तो जो प्यो ने चुक लिया ना, 2 शादियां सी राजे दियां उतानपात दियां, चलो वक्री विचार आपां इशारे मात्र गल करनी है भी गुरु की कृपा के पात्र किवें बनना है, किहड़ी उम्र है वो पात्र बनने की, किवें आपां संभालना है मौके नूं, की प्यार है माँ का, इहदे विचों ये सिक्ख्या मिलनी है। तो उस वेले गोद विचों जदों खिच लिया माँ ने, बाहों पकड़ो उठा लिया, मन विच रोस मतरेई कीता, ते नाल चपेड़ भी मारी है। तैनूं की अधिकार है पिता की गोद विच बैठण दा, ते तू जा इत्थों निकल जा।
ਇਉਂ ਕੌੜੇ ਸ਼ਬਦ ਬੋਲੇ, ਭੈੜੇ ਸ਼ਬਦ ਬੋਲੇ, ਯਾਦ ਰੱਖਣਾ ਤਲਵਾਰਾਂ ਦੇ ਫੱਟ ਮਿਲ ਜਾਂਦੇ ਨੇ, ਜ਼ਬਾਨ ਦੇ ਬੋਲੇ ਬੋਲ ਕਦੇ ਇਹ ਫੱਟ ਨਹੀਂ ਮਿਲਿਆ ਕਰਦੇ। ਸੋਚ ਕੇ ਤੇ ਤੋਲ ਕੇ ਬੋਲਣਾ ਚਾਹੀਦਾ ਸਾਨੂੰ। ਤਾਂ ਫਿਰ ਉਸ ਵੇਲੇ ਰੋਣਾ ਸ਼ੁਰੂ ਕਰ ਦਿੱਤਾ ਬਾਲਕ ਨੇ, ਧਰੂੰਜੀਆਂ ਨੇ। ਡੁੱਡਹੋ ਲਿਕਾ ਮਾਂ ਪੁੱਛੈ, ਤੂੰ ਸੁਆਣੀ ਹੈ ਕਿ ਸਰੀਤਾ? ਇਉਂ ਦੱਸ ਮਾਂ, ਆਪਣੀ ਮਾਂ ਦੀ ਗੋਦ ਵਿੱਚ ਚਲਿਆ ਗਿਆ। ਮਾਂ ਤੂੰ ਮੇਰੇ ਪਿਤਾ ਦੀ ਰਾਣੀ ਹੈ ਕਿ ਉਹਦੀ ਨੌਕਰਾਣੀ ਹੈ? ਮੈਨੂੰ ਇਹ ਦੱਸ, ਜ਼ਰੂਰ ਦੱਸ। ਮਾਂ ਨੇ ਆਖਿਆ ਸੁਆਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਹਿੰਦੇ ਪੁੱਛਿਆ ਵੀ ਸੀ ਨਾ ਵੀ ਮੇਰਾ ਨਰਾਦਰ ਕਿਉਂ ਹੋਇਆ? ਆਖਰਕਾਰ ਮੈਂ ਰਾਜਕੁਮਾਰ ਹਾਂ, ਮੈਂ ਰਾਣੀ ਦਾ ਪੁੱਤ ਹਾਂ, ਮੈਂ ਰਾਜੇ ਦਾ ਬੇਟਾ ਹਾਂ, ਮੇਰਾ ਨਰਾਦਰ ਕਿਉਂ ਹੋਇਆ? ਕਹਿੰਦੇ ਬੰਦਗੀ ਦੇ ਵਿੱਚ ਫਰਕ ਰਹਿ ਗਿਆ। ਮਾਂ ਦਾ ਉਪਦੇਸ਼ ਵੇਖੋ ਕੈਸੇ ਸੰਸਕਾਰ ਦੇ ਰਹੀ ਹੈ। ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਕਹਿੰਦੇ ਤੇਰੇ ਕਰਮ ਦੇ ਵਿੱਚ ਫਰਕ ਰਹਿ ਗਿਆ ਧਰੂ, ਇਸ ਕਰਕੇ ਕਿਸ ਉਦਮ ਤੇ ਰਾਜ ਮਿਲੇ। ਮਾਂ ਮੈਨੂੰ ਮੈਂ ਉਹ ਕਿਹੜਾ ਉਦਮ ਕਰਾਂ ਜਿਸ ਕਰਕੇ ਮੈਨੂੰ ਰਾਜ ਭਾਗ ਮਿਲ ਜਾਵੇ, ਮੈਨੂੰ ਆਪਣੇ ਪਿਤਾ ਦਾ ਪਿਆਰ ਮਿਲ ਜਾਵੇ। ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਸਭ ਹੋਵਣ ਮੀਤਾ, ਦੁਸ਼ਮਣਾਂ ਤੋਂ ਸਭ ਮੇਰੇ ਮਿੱਤਰ ਬਣ ਜਾਣ ਤੇ ਸਾਰੇ ਮੈਨੂੰ ਪਿਆਰ ਕਰਨ, ਮੈਂ ਕੀ ਕਰਾਂ? ਲਓ ਆ ਜਿਹੜਾ ਅੱਜ ਦੇ ਸਮਾਗਮ ਦਾ ਇਹ ਪੰਗਤੀ ਨਿਚੋੜ ਹੈ। ਸ਼ਤਰੂ ਤੇ ਸਭ ਹੋਵਣ ਮੀਤਾ, ਮਾਂ ਉਪਦੇਸ਼ ਦੇ ਰਹੀ ਹੈ। ਜਿਵੇਂ ਮਾਤਾ ਗੰਗਾ ਜੀ, ਮਾਤਾ ਭਾਨੀ ਜੀ, ਇਹ ਮਾਵਾਂ ਸਤਿਕਾਰਯੋਗ ਮਾਵਾਂ ਉਪਦੇਸ਼ ਦਿੰਦੀਆਂ ਨੇ ਨਾਮ ਦਾ, ਬਾਣੀ ਦਾ। ਇੱਥੇ ਭਗਤ ਧਰੂ ਜੀਆਂ ਦੀ ਮਾਤਾ ਵੀ ਕਹਿੰਦੀ ਹੈ, ਪੁੱਤਰ ਪਰਮੇਸ਼ਰ ਅਰਾਧੀ ਹੈ, ਜਿੱਦੂ ਹੋਈ ਹੈ ਪਾਤਤ ਪੁਨੀਤਾ। ਵਡਭਾਗੀ ਮਾਂ, ਕਹਿੰਦੇ ਪਰਮੇਸ਼ਰ ਦਾ ਬੰਦਗੀ ਕਰੀਏ, ਸਿਮਰਨ ਕਰੀਏ, ਵਾਹਿਗੁਰੂ ਨੂੰ ਪਿਆਰ ਕਰੀਏ। ਕਹਿੰਦੇ ਜਿਹਦੇ ਕਰਕੇ ਮਲੀਨ ਮੱਤ, ਭੈੜੇ ਖਿਆਲ, ਮੰਦ ਬੁੱਧੀ ਖਤਮ ਹੋ ਜਾਂਦੀ ਹੈ, ਉੱਤਮ ਸੋਝੀ ਪੈ ਜਾਂਦੀ ਹੈ ਗੁਰਮੱਤ ਵਾਲੀ। ਕਹਿੰਦਾ ਅੱਛਾ ਮਾਂ ਪੱਕੀ ਗੱਲ ਹੈ, ਮੈਨੂੰ ਰਾਜ ਭਾਗ ਵੀ ਮਿਲ ਜਾਵੇਗਾ ਤੇ ਮੇਰੇ ਸਾਰੇ ਦੁਸ਼ਮਣ ਵੀ ਮਿੱਤਰ ਬਣ ਜਾਣਗੇ। ਕਹਿੰਦੇ ਹਾਂ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਕਹਿੰਦੇ ਜਦੋਂ ਗੁਰੂ ਦੁਆਰਾ ਸੋਝੀ ਮਿਲੀ, ਗੁਰੂ ਕਿਰਪਾ ਦਾ ਪਾਤਰ ਬਣਿਆ, ਕਹਿੰਦੇ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰ ਆਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜਨ। ਇਹ ਉਹ ਗੁਰਮਤ ਹੈ। ਤਾਂ ਉੱਥੇ ਆਖਿਆ ਕਹਿੰਦੇ ਇਹ ਸਾਰਾ ਠੀਕ ਹੋ ਜਾਵੇਗਾ, ਤੂੰ ਤਪ ਕਰ, ਬੰਦਗੀ ਕਰ। ਭਾਈ ਗੁਰਦਾਸ ਜੀ ਕਹਿੰਦੇ ਨਾ ਫਿਰ ਅੱਜ ਅੱਧੀ ਰਾਤ ਦਾ ਵੇਲਾ ਰਾਣੀ ਮਾਂ ਆਪਣੇ ਪੁੱਤ ਨੂੰ ਕੁੱਛੜ ਵਿੱਚ ਲੈ ਕੇ ਪਈ ਆ। ਹੌਲੀ ਦੇਣੇ ਨਿਕਲਿਆ ਕੁੱਛੜ ਵਿੱਚੋਂ, ਅੱਧੀ ਰਾਤ ਦਾ ਵੇਲਾ ਪਰਿਕਰਮਾ ਕੀਤੀਆਂ, ਮਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਮਾਂ ਮੈਂ ਤਪ ਕਰਨ ਚੱਲਿਆ, ਮੈਨੂੰ ਪਤਾ ਜੇ ਮੈਂ ਉਸ ਤਰ੍ਹਾਂ ਜਾਵਾਂਗਾ ਤੂੰ ਜਾਣ ਨਹੀਂ ਦੇਣਾ, ਪਰ ਅੱਜ ਮੈਂ ਬੰਦਗੀ ਕਰਨ ਚੱਲਿਆ, ਮੈਨੂੰ ਆਗਿਆ ਬਖਸ਼ੀ, ਅਸੀਸ ਬਖਸ਼ੀ। ਭਾਈ ਗੁਰਦਾਸ ਜੀ ਕਹਿੰਦੇ ਧਰੂ ਜੀ ਉਸ ਵੇਲੇ ਮਨ ਹੋ ਕੇ ਬਰਾਗੀ ਤੋਰ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਤੋਰ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਤੋਰ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਤੋਰ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਤੋਰ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਤੋਰ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਉੱਠ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਉੱਠ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਉੱਠ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਉੱਠ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਤੁਰ ਚੱਲਿਆ, ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬਰਾਗੀ ਉੱਠ ਚੱਲਿਆ,
साध संगत जिहड़ा तप करना है, बंदगी करनी है ना, इहदे वास्ते जिवें आम हिंदी का एक मुहावरा है ना, कुछ पाने के लिए कुछ गवाना पड़ता है। महाराज जी कहते जे तू वाहिगुरू के घर का आनंद लेना है ना, तो पदार्थ की जिहड़ी पकड़ है ना, वो ढिली करनी पैनी है। पदार्थ की पकड़ छड्डनी पैनी है। कहते तू याद रखना, बिन बैराग ना छूट समाया। वाहिगुरू के बैराग तो बगैर यदी पकड़ ढिली नहीं पैनी, नहीं तो फिर ये ही सुरत अटकी रहेगी, वार वार अटकेगी, लख वार अटकेगी। हौली हौली इन्ने वो समा आ जाता, बंदा संसार तो तुर जाता, उत्थे सुरत अटकी रह जाती है। अणगिणत अपने कोले प्रमाण ने भी किन्ना किन्ना दी सुरत अटक गई है पदार्थ दे विच। तां उत्थे माँ दे कोलों उपदेश लैके ध्रुव जी ने की कीता, बाहर चलिया करन तप, मन बैरागी होए अतीता। अतीता भाव बहुत ही ज़्यादा विराग हो गया मन विच। मैनू मतरेई माँ ने चपेड़ क्यों मारी, मैनू प्यो दी जिहड़ा कुछड़ दा गोद दा निग क्यों नहीं मिलिया, ते मैनू राज भाग दा मैं हकदार हाँ, वो मैथों क्यों खोया गया, मेरे तो क्यों बंदगी दे विच फर्क रह गया, ते हुण मैं वो पूरा करना है। 5 सालां दे विच गुरमुखों मसालां कायम कर दित्तियां। इते शंका ना करया करो। जे गुरु ग्रंथ साहिब जी नूं मनदे हो ना, तक देखो किड्डा बड़ा सबूत दिता है महाराज जी ने। मैनू कह के ना, तुहानू कह के, कहते राम जपो जी ऐसे ऐसे। कहते जे परमेश्वर का भजन करना ना, तो इउं जपो किवें ध्रुव प्रहलाद जप्यो हर जैसे। प्रहलाद का पिता खड़ग कड्ढी खड़ा है, तलवार कड्ढी खड़ा है। कहता जा तो राम कहना छड्ड दे, नहीं तेरी गर्दन ला के उत्थे मरूंगा। नहीं छड्डिया, कहते इस तरह जप। साडे ते तां कोई खड़ग नहीं, कोई किरपान नहीं, असीं तां एवें चांबले होए हाँ, असीं तां जपदे ही नहीं, असीं तां भुल्ले बैठे हाँ। सानू तां पता ही नहीं लगदा उन्हां गल्लां दा भी साडा किन्ना सोहणा समां बीत रिहा है, ते साडे ते कोई किरपान नहीं, कोई खड़ग नहीं, आज़ादी है। तू जपगा प्यार दे नाल, तेरा समां बीतदा जांदा। तां मन बैरागी होए अतीता। रस्ते दे विच की होया, नारद मुन उपदेसिया, नाम निधान अम्यो रस पीता। ते उस वेले नारद जी कहंदे, बालका अद्धी रात दा वेला, इस वेले तां जानवर भी सुत्ते पए ने, रात दा वेला 2 बजे ने 3 बजे ने, ते जंगल दे विच खूनखार जिहड़े शेर बघियाड़ जहरीले सप, ते तू किधर तुरिया फिरदा? लो सुणियो, भगत ध्रुव जी जवाब जिहड़ा देणगे वो भी सुन लियो, ते नारद मुनि जी ने की आख्या सी ध्रुव जियां नूं आ सुणियो। कहंदे उम्र किन्नी है तेरी? कहंदे 5 साल। हैरान हो गया, परेशान हो गया नारद मुनि जी। कहंदा एक गल पुछां बालका तैनूं? कहंदे जी पुछो। कहंदे मैनूं एक गल दस। पुछो जी। कित्थों लग्गिया बराग छोटी उमरे, पुछदे ने नारद, कित्थों लगे आ बराग छोटी, पुछदे ने नारद जी, कित्थों लगे आ बराग छोटी उमरे, पुछदे ने नारद जी, कित्थों लगे आ बराग छोटी उमरे, पुछदे ने नारद जी। छोटे उमरे पुछदे ने नारद जी, कित्थों लग्गिया बराग छोटी उमरे, पुछदे ने नारद जी, कित्थों लग्गिया बराग छोटी उमरे, बराग छोटी उमरे, पुछदे ने नारद, कित्थों लगे आ बराग छोटी उमरे, पुछदे ने नारद जी। कित्थों लगे आ बराग छोटी उमरे, पुछदे ने नारद जी, कित्थों लगे आ बराग छोटी उमरे, पुछदे ने नारद जी। कित्थों लगे आ बराग छोटी उमरे, पुछदे ने नारद जी, कित्थों लग्गिया बराग छोटी उमरे, पुछदे ने नारद जी। कहंदे ए दस बराग कित्थों लग्गिया? कहंदे कुछ सट्टां बंदे नूं जगा दिंदियां ने, कुछ ठोकरां, कुछ औकड़ां, कुछ मुसीबतां बंदे नूं सिखा दिंदियां ने।
कई कारण ने, सारे कारण दसे। उपदेश मिले मैनू मेरी माँ कोलों। माँ की ड्यूटी है अपने बच्चों की पढ़ाई परवरिश ते उन्हां नूं सोहणे संस्कार देवे। इस तरह पिता की ड्यूटी है, साडी तुहाडी सब की ड्यूटी है। अपने फर्ज ना कदे भुल जिओ, बाद विच पछताउणा पवेगा, झूरना पवेगा भी आपां की लेना बच्चों तो। नहीं, फिर बाद दे विच बड़ा टेढ़ा चलिया जांदा काम। तां उत्थे फिर बड़ा रोकना कीता, नहीं तू अगे नहीं जाना, पिछे मुड़ जा। ਧਰੂ भगत जी कहते गल सुनो नारद जी, मेरे रस्ते विचों परे हो जाओ। की करेंगा? कहते मैं रब नूं मिलण चले हाँ, मैं परमात्मा नूं मिलण चले हाँ, मेरे रस्ते विच रोड़ा ना बन। कित्थे रहिंदा रब? कहते मैं आप ही लभ लांगा। बड़ा प्रसन्न होए नारद जी। फिर इन्हां ने मंत्र दिता भी तू बैठ के इस तरह जप। ਧਰੂ जीआं ने जपिया। साध संगत फिर की होया? महाराज जी ने बाणी विच की कुछ लिखिया भला? बाल्मीकै होआ साध संग, ਧਰੂ को मिलियो हर निसंग। ते उत्थे सतगुरां ने लिखिया, महाराज जी कहते ਧਰੂ अटल अजहू नह टरियो। अजे भी अटल पदवी ते कायम ने ਧਰੂ जी, अजे भी ते अगे नूं रहणगे। वो पदवी प्राप्त की। ते फिर गुरु तेग बहादुर महाराज जी की कहते, अटल भयो ਧਰੂ जाकै सिमरन अर निर्भय पद पाया। गुरु ग्रंथ साहब दे विच किन्नियां एग्जाम्पलां दित्तियां ने ਧਰੂ जी की बंदगी की, ਧਰੂ जी दी भगती दी। ते इस तरह साध संगत परमेश्वर नूं प्रसन्न कर लिया। जदों परमेश्वर नूं प्रसन्न कीता, पिछों राजे सद्दिया, अबचल राज करो नित नीता। कहते मेरा पुत्र बिना जी नहीं लगता। राणी व्याकुल हो गई है, ना मावां दा चित्त लगता जे पुत चलिया जावे, जे पुत माँ चली जावे तां पुत्रां दा जी नहीं लगता, धीआं दा चित्त नहीं लगता। ये अपना आपसी प्रेम है, आपसी प्यार है, इनू बढ़ाउणा चाहीदा। गुरु दे हुक्म विच, गुरु दी रजा विच, गुरु दे हुक्म तो बाहर नहीं कुछ भी करना। इस गल नूं सिख नोट करे। तां उत्थे फिर राजा कहंदा भी मेरे पुत्र नूं लभ के लैके आओ। ते उस वेले जदों ਧਰੂ जी महलां विच आए, राजे ने संघासन छड्ड दिता। पुत्र आ संघासन दा मालक तू है। कहंदे अज तां थोड़ी जी बंदगी कीती है, इन्नी क बंदगी नाल जे राज गद्दी मिलदी है। मना अजे होर कर, अजे होर बंदगी कर। हुण मैं राज ओ लैणा है जिहदियां कदे वोटां नहीं पाउणियां पैंदियां, जिन्हों कदे किसी तो मंगना नहीं पैंदा, जिन्हों कदे कोई खो नहीं सकदा। वो बंदगी कीती ਧਰੂ जीआं ने। महाराज ने बाणी विच कह दिता, कहंदे एक नहीं अणगिणत भगतां ने गुरु तो किरपा दे पात्र बन के अपने मनुखा जन्म नूं सवारिया। मौत आउण तो पहलां अपने जन्म नूं सफला करके मौत अपने आप सफली हो जाती है। राज लियो अबनासी हरि देया भगतां ने, 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 राज लियो अबनासी हरि देया भगतां ने। ओ राज लियो अबनासी हरि देया भगतां ने, 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 राज लियो अबनासी हरि देया भगतां ने। अबनासी का भाव है जिहदा कदे नाश नहीं हुंदा, कदे खत्म नहीं हुंदा। वाहिगुरू परमेश्वर अबनासी है। दास कबीर चढ़ियो गढ़ ऊपर, राज लियो अबनासी। ते ओही राज कोशिश करते रहना चाहिए। साध संगत कबीर केसो केसो कूकी है, ना सोई है असार, रात दिवस के कूकने, कबहू के सुना पुकार। किते सुन लैंदा पुकार वाहिगुरू। आलस नहीं करनी चाहिए, दलिद्र नहीं करना चाहिए, ना दुनियावी कामां दा ते ना परमार्थ दा। ਜਿਹੜਾ आलस कर गया वो समाज विच भी पिछे रह जाता है, वो धर्म की दुनिया विच भी पिछे रह जाता है। इस करके उद्यम जरूर करना, उद्यम करो बड़भागी हो, सिमरो हर हर राय। सो इस तरह के नाल साध संगत भगत ਧਰੂ जी फिर कहते हार चले। ਜਿਹੜੇ दोखी सी, ਜਿਹੜੇ ਧਰੂ ਜੀਆਂ ਨੂੰ ਜਾਂ कोई भी किसी दे नाल ईरखा करदा, कहते वो हार गए सारे। गुरमुख जग जीता, गुरमुखा ने जग नूं जित लिया ते मन नूं जित लिया, वो अपने जीवन की बाजी जित जाते हैं। सो प्यार वालिओ, माता सुरजीत कौर जी
ਵੱਡੀ ਉਮਰ ਵੱਡੀ ਫੁਲਵਾੜੀ माता जी का बहुत ਵੱਡਾ परिवार जिन्हां दे 5 बेटे ते साध संगत 2 बेटियां जिन्हां दे विचों एक बेटी उन्हां दे पास नहीं रही ते एक जवाई उन्हां दे पास नहीं रहा। बहुत वड्डा दुख हुंदा है जदों हत्थां विच प्यारी धी तुर जावे। बहुत वड्डा दुख हुंदा है जदों हत्थां विच प्यारा जवाई चलिया जावे। क्योंकि जदों आपां धी नूं तोरदे हां जवाई दे पिछे तां उहनूं पुੱਤ बनाईंदा है। पुत्तां वर्गा प्यार हुंदा सस मावां नूं ते इस करके साध संगत ते माता जी नूं बहुत वड्डियां सट्टां सी। पर फिर भी माँ का जिहड़ा रुतबा है, इशारे मात्र विचार करा तो माँ का जिहड़ा रुतबा बड़ा महान है। माँ जिहा घनश्यामा बूटा मैनू किते नज़र ना आए, जिस तो लैके छां उधारी रब ने स्वर्ग बनाए। माँ वाला प्यार माँ वालियां लोरियां जग ते होर कोई दे नहीं सकता। तो उत्थे फिर माँ का जिहड़ा सफ़र है, माँ का जिहड़ा पंध है, वो कित्थों शुरू हुंदा है? धी तो। ते जदों धी तो शुरू हुंदा है ना, तां फिर उहदे तो बाद हैगा पत्नी, पत्नी तो बाद फिर माँ, ते माँ तो बाद दादी। ये 4 पड़ाव ने माँ की जिंदगी दे। चारे पड़ावां दे विच साध संगत इन्हां दा जिहड़ा हैगा बहुत वड्डा रोल हुंदा है। जदों ये धी है उदों भी बड़ा वड्डा रोल अदा करदी है, ते जदों ये साध संगत अपना पत्नी है उदों भी बड़ा वड्डा रोल अदा करदी है। ते जदों माँ है वो तो फिर कहण कथन तो परे हो जाता है। तो जदों दादी है उदों बैठ के भी अपने पोतरियां नूं पोतरियां नूं दोते दोतियां नूं पूरे परिवार नूं संभालदी है, अपनी ड्यूटी बाखूबी नाल निभाउंदी है। पर माँ का जिहड़ा पहला सफ़र है ये बहुत मुश्किलों के नाल भरिया होया है। जदों कहंदे लड़की विआही जाती है, इन्हें बच्चे नूं जन्म देना है, तो उस वेले माँ रब का रूप है, तो माँ नूं रब का दर्जा समाज ने दे दिता। ते साध संगत ते उत्थे फिर जदों पत्नी ने बच्चे नूं जन्म देना है, वो परिवार ओदा पति ओदी सस, ते उस वेले कहंदे ने ख्याल करो आउण वाला बच्चा लड़का है या लड़की है, आखो सतनाम श्री वाहिगुरू। हालांकि इनू माँ का जदों माँ कहंदे रब का दूजा नाम है, माँ रब का रूप है, तो उस वेले बेवस होई पत्नी नूं बेवस होई पत्नी नूं सस सामने खड़ के कह आखदी है, धीए गल सुन असी टेस्ट करवा चुके हाँ। पति कहंदा है गल सुन असी टेस्ट करवा चुके हाँ, तेरे पेट विच जिहड़ा बच्चा पल रहा है वो लड़की है, चल साडे नाल बैठ गड्डी दे विच ते जाके सफाई करा के आउने आ। माँ नूं धी भी उन्नी प्यारी, माँ नूं पुੱਤ भी उन्ना प्यारा। बहुत घरां दीयां ये कहानियां ने, किसे एक या दो दियां कहानियां नहीं हैगियां। पता नहीं संगत विच ऐसियां किन्नियां धीआं बैठियां होणगियां, किन्नियां सस्सां बैठियां होणगियां, किन्ने पति बैठे होणगे जिन्हां दे हत्थीं ये काम हो गए। सो प्यारिओ बेवस होई पत्नी, उधरों सस दा प्रैशर है, उधरों पति दा प्रैशर है, ते वो गड्डी दे विच बैठ जांदी है। तो उस वेले चैकअप हुंदा है, सब कुछ सामने आ गया, तो डॉक्टर जिहड़ा हैगा वो गुरमुखो आरी लैके पत्नी दे पेट दे कोल खड़ गया, जां उन्हें अपने टीके उन्हें ट्रीटमेंट उन्हें शुरू कर दिता। तो जिहड़ा बच्चा तेरे पेट दे विच है इहनूं 2 मिनटां दे विच बाहर कढना है। तो प्यारिओ हुण 4 महीनों की 5 महीनों की बेटी पल रही है। उन्हें सोचा भी अजे तो मैं संसार ते भी नहीं आई, पिता कोल खड़ा है, दादी कोल खड़ी है, माँ बेबस है जिन्हें बच्चे नूं जन्म देना है। ते प्यारिओ माँ दे पेट विचों धी पुकार करदी है, की आखदी है? सुनो प्रेम नाल। ना मारी बाबलावे, रब दा रूप माँ, मेरा जग वेखण नूं जी करदा, ना मारी बाबलावे, मेरा जग वेखण नूं जी करदा। 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 ना मारी बाबलावे, मेरा जग वेखण नूं जी करदा। मारी बाबलावे,
जग देखण नूं जी करदा। मारी बाबला वे मेरा जग देखण नूं जी करदा। मारी बाबला वे मेरा जग देखण नूं जी करदा। मारी बाबला वे मेरा जग देखण नूं जी करदा। मारी बाबला वे मेरा जग देखण नूं जी करदा। ਹੁਣ ਜਦੋਂ ਆਪਾਂ ਉਸ ਕੈਟਾਗਰੀ ਵਿੱਚ ਆ ਗਏ ਵੀ ਜਿਨ੍ਹਾਂ ਨੇ ਕੋਲ ਖੜ ਕੇ ਇਹ ਚੀਜ਼ਾਂ ਕਰਵਾਈਆਂ ਨੇ, ਫਿਰ ਉਹ ਤਾਂ ਨਹੀਂ ਇਹ ਗੱਲ ਕਹਿਣ ਦੇ ਹੱਕਦਾਰ ਵੀ ਮਾਂ ਰੱਬ ਦਾ ਰੂਪ ਹੈ। ਨਹੀਂ, ਬਚਣਾ ਚਾਹੀਦਾ ਸਾਨੂੰ। ਉਹਨਾਂ ਧੀਆਂ ਨੂੰ ਪਿਆਰ ਕਰੋ, ਉਹਨਾਂ ਪੁੱਤਾਂ ਨੂੰ ਪਿਆਰ ਕਰੋ। ਕੀ ਪਤਾ ਪੁੱਤ ਲਾਇਕ ਨਿਕਲੇ ਜਾਂ ਨਾ ਨਿਕਲੇ, ਧੀਆਂ ਤਾਂ ਜ਼ਿਆਦਾਤਰ ਹੀ ਪਿਆਰ ਕਰਦੀਆਂ ਨੇ, ਮਰ ਮਰ ਜਾਂਦੀਆਂ ਨੇ ਮਾਪਿਆਂ 'ਤੇ। ਧੀਆਂ ਦਾ ਸਤਿਕਾਰ ਕਰੋ, ਧੀਆਂ ਕਿਸੇ ਗੱਲ ਵਿੱਚ ਪਿੱਛੇ ਨਹੀਂ। ਅਤੇ ਦਾਸ ਬੇਨਤੀ ਕਰਦਾ ਹੁੰਦਾ ਧੀਆਂ ਨੂੰ ਵੀ ਅਤੇ ਪੁੱਤਰਾਂ ਨੂੰ ਵੀ ਮਾਂ ਪਿਓ ਦੀ ਸੰਭਾਲ ਜ਼ਰੂਰ ਕਰਨੀ ਹੈ। ਸਾਡੀ ਡਿਊਟੀ ਹੈ ਮਾਂ ਪਿਓ ਦੀ ਸੰਭਾਲ ਕਰਕੇ ਮਾਂ ਪਿਓ ਦਾ ਸਤਿਕਾਰ ਕਰਨਾ, ਇਹਦਾ ਖਿਆਲ ਰੱਖਣਾ। ਸੋ ਪਿਆਰਿਓ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਜਿਹੜੇ ਰਾਜਿਆਂ ਨੂੰ ਪੀਰ ਪੈਗੰਬਰ ਅਵਤਾਰ ਗੁਰੂਆਂ ਪੀਰਾਂ ਨੂੰ ਜਨਮ ਦੇਣ ਵਾਲੀ ਜਨਨੀ ਮਾਂ, ਉਹਦੇ ਨਾਲ ਕਹਿੰਦੇ ਇੰਨਾ ਧੱਕਾ ਨਾ ਕਰੋ। ਫਿਰ ਆਪਾਂ ਜਦੋਂ ਆਪਣੇ ਘਰ ਵਿੱਚ ਪੁੱਤ ਹੀ ਪੁੱਤ ਰਹਿ ਗਏ, ਧੀ ਸਾਨੂੰ ਕਬੂਲ ਨਹੀਂ ਹੈ, ਅਤੇ ਫਿਰ ਪੁੱਤਾਂ ਨੂੰ ਵਿਆਹੋਗੇ ਕਿੱਥੋਂ? ਅਤੇ ਉਹ ਤੋਂ ਅੱਗੇ ਚੀਜ਼ ਬੰਦ ਹੋ ਜਾਣੀ ਹੈ, ਕਿਉਂਕਿ ਜਦੋਂ ਧੀ ਨਹੀਂ ਹੈ ਤਾਂ ਸੰਸਾਰ ਦੀ ਉਤਪਤੀ ਹੈ ਨਹੀਂ। ਅਤੇ ਉੱਥੇ ਫਿਰ ਸਾਧ ਸੰਗਤ ਦਾਸ ਆਹ ਚੀਜ਼ ਕਹਿੰਦਾ ਹੁੰਦਾ ਹੈ, ਉਹ ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। ਨਾ ਮਾਰੋ ਧੀਆਂ ਨੂੰ ਇਹਨਾਂ ਨੇ ਭਗਤ ਸੂਰਮੇ ਜੰਮਣੇ। 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 ਇਸ ਕਰਕੇ ਕਦੇ ਧੀ ਦਾ ਕਤਲ ਨਹੀਂ ਕਰਨਾ, ਕਦੇ ਧੀ ਦੇ ਨਾਲ ਧੱਕਾ ਨਹੀਂ ਕਰਨਾ। ਧੀਆਂ ਦਾ ਸਤਿਕਾਰ ਕਰਾਂਗੇ, ਪਤਨੀ ਦਾ ਸਤਿਕਾਰ ਹੋਵੇਗਾ। ਪਤਨੀ ਦਾ ਸਤਿਕਾਰ ਕਰਾਂਗੇ, ਮਾਂ ਦਾ ਸਤਿਕਾਰ ਹੋਵੇਗਾ। ਮਾਂ ਦਾ ਸਤਿਕਾਰ ਕਰਾਂਗੇ, ਦਾਦੀ ਦਾ ਸਤਿਕਾਰ ਹੋ ਜਾਣਾ। ਸਤਿਕਾਰ ਕਰੀਏ। ਇਸੇ ਤਰ੍ਹਾਂ ਇੱਧਰਲੀ ਸਾਈਡ ਹੈ ਪੁੱਤ ਦਾ ਪਿਆਰ, ਪੁੱਤ ਨੂੰ ਪਿਆਰ ਕਰਨਾ, ਅਤੇ ਫਿਰ ਪਤੀ ਬਣ ਜਾਂਦਾ, ਅਤੇ ਫਿਰ ਸੱਸ ਪਿਤਾ ਬਣ ਜਾਂਦਾ, ਫਿਰ ਦਾਦਾ ਬਣ ਜਾਂਦਾ। ਇੱਧਰ ਵੀ ਉਹੀ ਚੀਜ਼ ਹੈ। ਉਵੇਂ ਆਪਾਂ ਪਿਆਰ ਨਾਲ ਸਮਾਜ ਵਿੱਚ ਚੱਲੀਏ। ਆਓ, ਅੱਜ ਆਪਣੇ ਵਿੱਚ ਮਾਤਾ ਸੁਰਜੀਤ ਕੌਰ ਜੀ ਨਹੀਂ ਰਹੇ। ਉਹਨਾਂ ਦੇ ਬਹੁਤ ਵੱਡੀ ਫੁਲਵਾੜੀ, ਜਿਨ੍ਹਾਂ ਦੇ 5 ਸਪੁੱਤਰ ਆਪਣੇ ਵਿੱਚ ਬੈਠੇ, ਭਾਈ ਪਾਲ ਸਿੰਘ, ਮੇਰੇ ਨਾਮਾ ਰਾਸ਼ੀ ਭਾਈ ਬਲਵਿੰਦਰ ਸਿੰਘ, ਜਿਸ ਪਰਿਵਾਰ ਨੇ ਮਾਤਾ ਜੀ ਨੂੰ ਬੜਾ ਸੰਭਾਲਿਆ। ਬਹੁਤ ਲੰਮੀ ਉਮਰ, ਮੈਨੂੰ ਦੱਸਿਆ ਪਰਿਵਾਰ ਨੇ, ਕਹਿੰਦੇ 110 ਸਾਲ ਤੋਂ ਵੀ ਉੱਪਰ ਉਮਰ ਹੋ ਗਈ ਸੀ ਮਾਤਾ ਜੀ ਦੀ। ਉੱਥੋਂ ਪਤਾ ਲੱਗਦਾ ਵੀ ਪਰਿਵਾਰ ਨੇ ਕਿੰਨਾ ਪਿਆਰ ਦਿੱਤਾ ਹੋਣਾ ਮਾਤਾ ਨੂੰ, ਕਿੰਨਾ ਸਤਿਕਾਰ ਦਿੱਤਾ ਹੋਣਾ। ਕਿਉਂਕਿ ਉਮਰਾਂ ਦਾ ਵੀ ਹਿਸਾਬ ਹੁੰਦਾ, ਵਾਹਿਗੁਰੂ ਦੇ ਘਰੋਂ ਵੀ ਹੈ, ਪਰ ਸੰਸਾਰੀ ਤੌਰ 'ਤੇ ਵੀ ਜੇ ਘਰ ਦੇ ਵਿੱਚ ਨਿੱਤ ਕਲੇਸ਼ ਹੋਵੇ ਨਾ, ਅੱਧੀ ਉਮਰ ਰਹਿ ਜਾਂਦੀ ਹੈ ਬੰਦੇ ਦੀ। ਜੇ ਘਰ ਦੇ ਵਿੱਚ ਨਿੱਤ ਸਾਧ ਸੰਗਤ, ਲੜਾਈਆਂ ਝਗੜੇ, ਦੁੱਖ ਕਲੇਸ਼, ਵਿਘਨ ਹੋਣ, ਤਾਂ ਫਿਰ ਬੰਦਾ ਹਾਰ ਜਾਂਦਾ ਹੈ। ਜੇ ਮਾਤਾ ਸੁਰਜੀਤ ਕੌਰ ਜੀ ਨੂੰ ਭਾਈ ਬਲਵਿੰਦਰ ਸਿੰਘ ਹੋਰਾਂ ਨੇ, ਪੁੱਤਰਾਂ ਨੇ, ਨੂੰਹਾਂ ਨੇ, ਪੋਤਿਆਂ ਨੇ, ਪੜਪੋਤਿਆਂ ਨੇ, ਪੋਤ ਨੂੰਹਾਂ ਨੇ ਚੰਗੀ ਤਰ੍ਹਾਂ ਉਹਨਾਂ ਦੀ ਪਰਵਰਿਸ਼ ਕੀਤੀ, ਤਾਂ ਉਹ ਲੰਮੀ ਉਮਰ ਭੋਗ ਕੇ ਹੱਸਦੇ ਖੇਡਦੇ ਆਪਣੇ ਪਰਿਵਾਰ ਵਿੱਚੋਂ ਗਏ ਨੇ। ਅਤੇ ਤੀਸਰੇ ਬੇਟੇ ਭਾਈ ਧੀਰ ਸਿੰਘ ਹੋਣੀ ਅਤੇ ਭਾਈ ਬਲਵੀਰ ਸਿੰਘ ਹੋਰੀ, ਭਾਈ ਕਸ਼ਮੀਰ ਸਿੰਘ ਹੋਰੀ, ਬੜੇ ਪਿਆਰ ਵਾਲੇ, ਬਹੁਤ ਹੀ ਨਿਮਰਤਾ ਵਾਲਾ ਪਰਿਵਾਰ ਹੈ। ਕਿਉਂਕਿ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੀ ਰਿਸ਼ਤੇਦਾਰੀ ਪਿੰਡ ਦਿਵਾਣਾ। ਭਾਈ ਬਰਿੰਦਰ ਸਿੰਘ ਹੋਰੀ ਬੈਠੇ ਨੇ ਮੇਰੇ, ਬਹੁਤ ਹੀ ਪਿਆਰੇ ਬੱਚੇ ਨੇ, ਬਹੁਤ ਹੀ। ਅਤੇ ਨਖਾਟੀਏ ਵਾਲਾ ਪਰਿਵਾਰ ਬੈਠਾ, ਉਹ ਵੀ ਬਹੁਤ ਪਿਆਰ ਵਾਲਾ ਪਰਿਵਾਰ ਹੈ। ਤਾਂ ਉੱਥੇ ਪਿਆਰੀਆਂ ਧੀਆਂ
ਆਪਣੇ ਵਿੱਚ ਬੈਠੀ ਬੀਬਾ ਪਾਲ ਕੌਰ ਔਰ ਦੂਸਰੀ ਧੀ ਆਪਣੇ ਵਿੱਚ ਨਹੀਂ ਰਹੀ ਬੀਬਾ ਦਲਵੀਰ ਕੌਰ ਜੀ ਆਪਣੇ ਕੋਲੋਂ ਹਮੇਸ਼ਾ ਵਾਸਤੇ ਦੂਰ ਚਲੇ ਗਏ ਨੇ। ਸਮੁੱਚਾ ਸੰਧੂ ਪਰਿਵਾਰ ਤੇ ਸਾਧ ਸੰਗਤ, ਭਾਵੇਂ ਮਾਤਾ ਜੀ ਦੀ ਉਮਰ ਆਪਾਂ ਕਹਿੰਦੇ 110 ਸਾਲ, ਪਰ ਪਿਆਰ ਤਾਂ ਪਿਆਰ ਹੀ ਹੁੰਦਾ ਹੈ। ਮਾਂ ਵਾਸਤੇ ਭਾਵੇਂ 80 ਸਾਲ ਦਾ ਪੁੱਤ ਹੋਵੇ, 70 ਦਾ ਹੋਵੇ, ਮਾਂ ਕਹਿੰਦੀ ਹੈ ਮੇਰਾ ਬੱਚਾ। ਮਾਂ ਵਾਸਤੇ ਪੁੱਤ ਬੁੱਢੇ ਨਹੀਂ ਹੁੰਦੇ। ਤੇ ਇਸ ਕਰਕੇ ਤਾਂ ਪਿਆਰ ਦੀ ਖੇਡ ਹੈ। ਪਰਿਵਾਰ ਨੂੰ ਉਹਨਾਂ ਦੇ ਜਾਣ ਦਾ ਦੁੱਖ ਜ਼ਰੂਰ ਹੈ, ਪਰ ਭਾਣੇ ਦੇ ਵਿੱਚ, ਰਜਾ ਦੇ ਵਿੱਚ, ਹੁਕਮ ਦੇ ਵਿੱਚ ਤੇ ਸਾਧ ਸੰਗਤ ਆਓ ਸਤਿਗੁਰੂ ਜੀ ਕਿਰਪਾ ਕਰਨ, ਵਿਛੜੀ ਰੂਹ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਪਿੱਛੋਂ ਸੰਧੂ ਪਰਿਵਾਰ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਮੈਨੂੰ ਹੁਕਮ ਹੋਇਆ ਸੀ ਵੀ 1:45 ਵਜੇ ਸਮਾਪਤੀ ਪੂਰੀ ਕਰ ਦੇਣੀ ਹੈ।